बहुत स्वागत है जी सारिਆਂ ਦਾ। मैं हाँ सुरिंदर ढिल्ला। सो ਕੈਨੇਡੀਅਨ ਗਵਰਨਮੈਂਟ ਕਾਲਜਸ ਦੇ ਵਿੱਚ ਜਿੱਥੇ ਬਹੁਤ ਤੇਜ਼ੀ ਦੇ ਨਾਲ ਰਿਜ਼ਲਟਸ ਆ ਰਹੇ ਨੇ, ਔਰ ਮੈਂ ਪਿਛਲੇ ਸ਼ੋਅ 'ਚ ਵੀ ਕੇਸ ਸਟੱਡੀ ਦਿਖਾਈ ਸੀ ਕਿ ਕਿਵੇਂ 2 ਚੋਂ 5.5 ਦੇ ਨਾਲ ਵੀ ਵੀਜ਼ਾ ਆ ਰਹੇ ਨੇ, ਲੇਕਿਨ ਜਸਮੀਤ ਜੀ ਇਹ ਚੀਜ਼ ਨੂੰ ਇਨਕਰੇਜ ਨਹੀਂ ਕਰਦੇ। ਸੋ ਸਿਰਫ ਉਹ ਸਟੂਡੈਂਟ ਅਪਲਾਈ ਕਰ ਸਕਦੇ ਨੇ ਕੈਨੇਡੀਅਨ ਗਵਰਨਮੈਂਟ ਕਾਲਜਸ ਦੇ ਵਿੱਚ ਜਿਨ੍ਹਾਂ ਨੇ ਮਲਟੀਪਲ ਐਫਰਟਸ ਕਰ ਲਏ ਔਰ ਉਹਨਾਂ ਦੀ ਆਇਲਟਸ ਇੰਪਰੂਵ ਨਹੀਂ ਹੋਈ। ਔਰ ਆਇਲਟਸ ਇੰਪਰੂਵ नहीं अगर हो रही फिर तुसी ट्राई कर सकते हो। और काफ़ी सारे वीज़ाज आए ने, पिछले शो च असीं दिखाए 2 चों 5.5 ਦੇ ਨਾਲ ਕਿਵੇਂ स्टूडेंट्स ਦੇ ਵੀਜ਼ਾ ਨੇ ਜਿਹੜੇ ਉਹ ਗ੍ਰਾਂਟ ਹੋਏ ਨੇ। ਔਰ ਹੁਣ ਅੱਜ ਖਾਸ ਤੌਰ ਤੇ ਗੱਲ ਕਰਾਂਗੇ ਗਵਰਨਮੈਂਟ ਕਾਲਜਸ ਦੇ ਵਿੱਚ ਜਿਹੜੇ ਸਰਕਾਰੀ ਕਾਲਜਸ ਨੇ। ਸਰਕਾਰੀ ਕਾਲਜਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਹੁਣ ਸਟੂਡੈਂਟਸ ਲਈ। ਅਗਰ 2 ਚੋਂ 5.5 ਨੇ ਤਾਂ ਕਿਹੜੇ ਸਟੂਡੈਂਟਸ ਨੂੰ ਐਡਮਿਸ਼ਨ ਮਿਲ ਸਕਦੀ ਹੈ, ਕਿਹੜੇ ਸਟੂਡੈਂਟ ਨੂੰ ਐਡਮਿਸ਼ਨ ਲੈਣੀ ਚਾਹੀਦੀ ਹੈ। ਔਰ ਇਹਦੇ ਨਾਲ ਆਇਲਟਸ ਦੇ ਉੱਤੇ ਵੀ ਮੈਂ ਖਾਸ ਗੱਲ ਕਰਾਂਗਾ, ਲੈਂਡਮਾਰਕ ਇਮੀਗ੍ਰੇਸ਼ਨ ਦੀ ਆਇਲਟਸ 'ਤੇ। ਔਰ ਇਹਦੇ ਨਾਲ ਬਠਿੰਡਾ ਦੇ ਵਿੱਚ ਆਫਿਸ ਲੈਂਡਮਾਰਕ ਇਮੀਗ੍ਰੇਸ਼ਨ ਦਾ ਜਿਹੜਾ ਉਹ 10 ਤਰੀਕ ਦੇ ਕਰੀਬ ਖੁੱਲ੍ਹ ਰਿਹਾ। ਸੋ ਮਾਲਵਾ ਦੇ ਸਟੂਡੈਂਟਸ ਨੂੰ ਇੱਕ ਬਹੁਤ ਵੱਡੀ ਇਹ ਮੈਂ ਕਹੂੰਗਾ ਕਿ ਉਹਨਾਂ ਨੂੰ ਆਸਾਨੀ ਹੋਊਗੀ। ਜਸਮੀਤ ਜੀ ਵੀ ਉੱਥੇ ਪਰਸਨਲੀ ਆਇਆ ਜਾਇਆ ਕਰਨਗੇ। ਸੋ 10 ਤਰੀਕ ਤੋਂ ਬਠਿੰਡਾ ਦੇ ਵਿੱਚ ਵੀ ਲੈਂਡਮਾਰਕ ਇਮੀਗ੍ਰੇਸ਼ਨ ਦਾ ਆਫਿਸ ਖੁੱਲ੍ਹ ਰਿਹਾ। ਸੋ ਸਾਰੇ ਸਟੂਡੈਂਟ ਤੁਸੀਂ ਨੋਟ ਕਰੋ। ਜਸਮੀਤ ਜੀ ਵੈਲਕਮ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਜਸਮੀਤ ਜੀ ਹੁਣ ਸਵਾਲ ਇਹ ਹੈ ਕਿ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ 2 ਚੋਂ 5.5 ਨਾਲ ਹੈ, ਕਿ 2 ਚੋਂ 5.5 ਨਾਲ ਸਰਕਾਰੀ ਕਾਲਜਸ ਦੇ ਵਿੱਚ ਹੁਣ ਵੀ ਐਡਮਿਸ਼ਨ ਹੋ ਸਕਦੀ ਹੈ ਅਗਰ ਸਟੂਡੈਂਟ 2 ਚੋਂ 5.5 ਨਾਲ ਸਰਕਾਰੀ ਕਾਲਜ ਐਕਸੈਪਟ ਕਰ ਰਹੇ ਨੇ, ਕੈਨੇਡੀਅਨ ਸਰਕਾਰੀ ਕਾਲਜ। ਬਿਲਕੁਲ। ਪਰ ਆਮ ਤੌਰ ਤੇ ਮੰਨਿਆ ਜਾਂਦਾ ਹੈ, ਤੁਸੀਂ ਵੀ ਇਨਕਰੇਜ ਨਹੀਂ ਕਰਦੇ 2 ਚੋਂ 5.5 ਨਾਲ ਉਹਨਾਂ ਸਟੂਡੈਂਟਸ ਨੂੰ ਤੁਸੀਂ ਸਿਰਫ ਕਹਿੰਦੇ ਹੋ ਜਿਨ੍ਹਾਂ ਨੇ ਮਲਟੀਪਲ ਆਪਸ਼ਨ ਕਰ ਲਏ, ਉਹਨਾਂ ਦੀ ਆਇਲਟਸ ਦੇਖੋ ਮੈਂ ਉਹ ਸਟੂਡੈਂਟਸ ਨੂੰ ਗਾਈਡ, ਮੈਂ 2 ਚੋਂ 5.5 ਬੈਂਡ ਵਾਲੇ ਜੇ ਸਟੂਡੈਂਟ ਮੇਰੇ ਕੋਲ ਆਣਗੇ ਤਾਂ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਯੂ ਆਰ ਟੇਕਿੰਗ ਯੂ ਵਾਂਟ ਟੂ ਟੇਕ ਅ ਰਿਸਕ ਲਾਈਕ ਵੀਜ਼ਾ ਚਾਂਸਿਸ ਆਰ 50-50। ਸੋ ਦੇਰ ਆਰ ਮੈਨੀ ਕੇਸਿਸ ਟੂ ਗੈਟ ਵੀਜ਼ਾ ਬਟ ਯੂ ਹੈਵ ਟੂ ਇੰਪਰੂਵ ਯੂਰ ਆਇਲਟਸ। ਜੇ ਸਟੂਡੈਂਟ ਮੇਰੇ ਕੋਲ ਪਹਿਲੀ ਵਾਰੀ ਆਉਂਦਾ ਹੈ ਸੋ ਆਈ ਅਸੈਸ ਹਿਸ ਪ੍ਰੋਫਾਈਲ। ਸੋ ਸਪੋਜ਼ ਮੇਰੇ ਕੋਲ 2 ਸਟੂਡੈਂਟ ਪਹਿਲਾਂ ਵੀ ਮਿਲੇ, CBSE ਬੋਰਡ ਸੀ, ਇੰਗਲਿਸ਼ 'ਚ ਮਾਰਕਸ 70% ਸੀ, ਫਿਰ ਉਹਨਾਂ ਦੇ ਆਏ 2 ਚੋਂ 5.5 ਬੈਂਡ ਸੀ। ਇਹ ਹੈਗਾ ਕਲਾਸਿਕ ਕੇਸ ਕਿ ਤੁਸੀਂ ਇੰਗਲਿਸ਼ 'ਚ ਪੜ੍ਹੀ ਹੈ, ਤੁਸੀਂ CBSE ਬੋਰਡ ਤੋਂ ਪੜ੍ਹੇ ਹੋਏ ਹੋ, ਫਿਰ ਵੀ ਤੁਸੀਂ ਇੱਕ ਵਾਰੀ ਆਇਲਟਸ ਦਿੱਤਾ ਔਰ ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣੀ ਫਾਈਲ ਲਾਉਣਾ ਚਾਹੁੰਦੇ ਹੋ। ਸੋ ਤੁਸੀਂ ਯੂ ਹੈਵ ਨਾਟ ਪੁੱਟ ਇਨਫ ਐਫਰਟ ਟੂ ਗੈਟ ਮੋਰ ਆਇਲਟਸ ਬੈਂਡ। ਸੋ ਡੈਫੀਨੇਟਲੀ ਇਸ ਕੇਸ 'ਚ ਮੈਂ ਇਹੀ ਕਹਾਂਗਾ ਕਿ ਯੂ ਸ਼ੁੱਡ ਪੁੱਟ ਮੋਰ ਐਫਰਟ ਐਂਡ ਯੂ ਆਰ ਅ CBSE ICSE ਪਾਸ ਸਟੂਡੈਂਟ ਐਂਡ ਯੂ ਕੈਨ ਡੈਫੀਨੇਟਲੀ ਗੈਟ ਹਾਇਰ ਬੈਂਡਸ। ਕਿਉਂਕਿ ਔਨ ਦਾ ਅਦਰ ਹੈਂਡ ਪੰਜਾਬ ਬੋਰਡ ਵਾਲੇ ਬੱਚੇ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਹਾਇਰ ਬੈਂਡਸ ਆਉਂਦੇ ਆ। ਯੈਸ, ਜਿਹੜੇ ਮੈਕਸਿਮਮ ਪੰਜਾਬ ਬੋਰਡ ਵਾਲੇ ਸਟੂਡੈਂਟਸ ਆ ਜਿਨ੍ਹਾਂ ਦੇ 7-7 ਬੈਂਡ ਵੀ ਆਉਂਦੇ ਆ। So why a CBSE and ICSE pass student cannot get 6 each or more than that? So if you talk to me कि if you have given your IELTS exam once, yes, we can get you admission in a government college, but definitely you should put your best effort next time and you should get more IELTS score. But if you tell me कि visa chances कितने हैं, that is 50-50 always with the 5.5, maybe ज़्यादा visas आने लग जान future ਵਿੱਚ Canada government बहुत ज़्यादा ਧੜਾ ਵੀਜ਼ੇ ਦੇਣ ਲੱਗ ਜੇ ਟੂ ਐਵਰੀਬਡੀ ਹੂ ਇਜ਼ ਅਪਲਾਈਂਗ ਬਿਕੋਜ਼ ਦਾ ਸਿਚੁਏਸ਼ਨ ਉੱਦਾਂ ਦੀ ਬਣਦੀ ਜਾ ਰਹੀ ਹੈ। ਕਿਉਂਕਿ ਲਾਸਟ ਈਅਰ ਜੋ ਸ਼ਾਰਟਫਾਲ ਹੋਈ 4.5 ਲੱਖ ਸਟੂਡੈਂਟ ਦੀ, ਉਹ ਅਗਲੇ 3 ਸਾਲਾਂ 'ਚ ਕਵਰ ਅਪ ਹੋਣੀ ਹੈ। ਐਂਡ ਆਈ ਐਮ ਟੈਲਿੰਗ ਯੂ ਕਿ 3 ਸਾਲ ਬੜੇ ਕ੍ਰਿਟੀਕਲ ਹੈ ਕਿਉਂਕਿ ਜਸਟਿਨ ਟਰੂਡੇ ਇਜ਼ ਗੋਇੰਗ ਟੂ ਬੀ ਇਨ ਪਾਵਰ ਫॉर 3 years ਓਨਲੀ। ਉਸ ਤੋਂ ਬਾਅਦ ਹੀ ਮਾਈਟ ਗੋ ਔਰ ਸਮ ਐਲਸ ਗਵਰਨਮੈਂਟ ਔਰ ਅੱਜ ਦੀ ਡੇਟ 'ਚ ਜਿਹੜੀ ਗਵਰਨਮੈਂਟ ਹੈਗੀ ਹੈ ਉਹ ਬਹੁਤ ਹੀ ਜ਼ਿਆਦਾ ਜਿਹਨੂੰ ਕਹਿੰਦੇ ਆ ਇਨ ਫੇਵਰ ਆਫ ਇਮੀਗ੍ਰੈਂਟਸ ਐਂਡ ਇੰਟਰਨੈਸ਼ਨਲ ਸਟੂਡੈਂਟਸ ਹੈਗੀ ਹੈ। ਔਰ ਜੇ ਨੈਕਸਟ ਗਵਰਨਮੈਂਟ ਕੰਜ਼ਰਵੇਟਿਵਸ ਆ ਜਾਂਦੇ ਆ ਤਾਂ ਦੈਨ ਇਟ ਇਜ਼ ਗੋਇੰਗ ਟੂ ਅਫੈਕਟ ਦ ਇਮੀਗ੍ਰੇਸ਼ਨ ਪਾਲਿਸੀਜ਼ ਆਫ ਕੈਨੇਡਾ ਵਿਚ ਇਜ਼ really a concern for Indian students. So next 3 years are really important for all the students, immigrants who are applying to Canada. ਬਿਲਕੁਲ। ਜਗਮੀਤ ਸਿੰਘ ਉਹਨਾਂ ਦਾ ਵੀ ਬਿਆਨ ਹੈ, ਜਸਟਿਨ ਟਰੂਡੋ ਤੋਂ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਬਹੁਤ ਸਾਰੇ ਸਾਡੇ ਜਿਹੜੇ ਐਲੀਜੀਬਲ ਉੱਥੇ ਇੰਡੀਅਨਸ ਨੇ ਜਿਹੜੇ ਕਿ PR ਹੋ ਸਕਦੇ ਨੇ, ਸੋ ਕਾਈਂਡਲੀ ਤੁਸੀਂ ਜਲਦ ਉਹਨਾਂ ਦਾ PR ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਫੋਲੋ ਕਰਾਓ, ਕਲੈਰਿਟੀ ਕਰੋ ਔਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਰਿਸਪੈਕਟਿਵ ਬੈਨੀਫਿਟਸ ਨੇ ਉਹ ਦਿਓ ਕਿਉਂਕਿ ਟਾਰਗੇਟ ਤੋਂ ਕਾਫੀ ਜ਼ਿਆਦਾ ਕੈਨੇਡਾ ਜਿਹੜਾ ਪਿੱਛੇ ਹੈ। ਪਰ ਹੁਣ ਸਵਾਲ ਇੱਥੇ ਇਹ ਹੈ ਸੋ PR ਦੀ ਇੱਕ ਮੈਂ ਇੱਥੇ ਲੈਣਾ ਚਾਹਾਂਗਾ ਕਿ PR ਦੇ ਵਿੱਚ ਵੀ ਲੈਂਡਮਾਰਕ ਇਮੀਗ੍ਰੇਸ਼ਨ ਡੀਲ ਕਰਦਾ ਔਰ 2 ICCRC ਮੈਂਬਰ ਲੈਂਡਮਾਰਕ ਇਮੀਗ੍ਰੇਸ਼ਨ ਦੇ ਪੈਨਲ 'ਤੇ ਆ। ਸੋ ਜੇ ਤੁਸੀਂ ਸਾਡੇ ICCRC ਮੈਂਬਰ ਨਾਲ ਗੱਲ ਕਰਨਾ ਚਾਹੁੰਦੇ ਹੋ ਦੈਟ ਇਜ਼ ਆਲਸੋ ਪੋਸੀਬਿਲਿਟੀ। ਔਰ ਜੇ ਤੁਸੀਂ ਆਪਣੀ PR ਦੀ ਫਾਈਲ ਪ੍ਰੋਸੀਡ ਕਰਨਾ ਚਾਹੁੰਦੇ ਹੋ ਦੈਨ ਆਲਸੋ ਲੈਂਡਮਾਰਕ ਇਮੀਗ੍ਰੇਸ਼ਨ ਵਿਲ ਹੈਲਪ ਯੂ ਇਨ ਯੋਰ PR spouse dependent category, or if you are applying for any kind of visa, tourist visa or any kind of visas to Canada, Landmark Immigration has an expert team which is based in Canada also and which is based in India. So you can visit our head office which is in Mohali.
ਸੋ ਆਈ ਸਿਟ ਇਨ ਮੋਹਾਲੀ ਐਂਡ ਯੂ ਕੈਨ ਮੀਟ ਆਰ ਐਕਸਪਰਟ ਟੀਮ। ਸੋ ਮੈਂ ਸਟੂਡੈਂਟਸ ਨੂੰ ਫਿਰ ਐਡ ਕਰਨਾ ਚਾਹਾਂਗਾ, ਆਈ ਐਮ ਨਾਟ able to meet every client because due to I have to meet so many people in a day and that is like so there is a big team, so ਬਹੁਤ ਵੱਡੀ ਟੀਮ ਹੈਗੀ ਸਾਡੇ ਜਿਹੜੀ ਫਰੰਟ ਲਾਈਨ ਤੇ ਬੈਠਦੀ ਹੈ। so you can meet them and they will clear all your doubts when you have to apply for any kind of visa। ਬਿਲਕੁਲ, ਸੋ ਇਹ ਸਾਰੀਆਂ ਗੱਲਾਂ ਬੜੀਆਂ ਇੰਪੋਰਟੈਂਟਸ ਨੇ। ਆਇਲਟਸ ਦੀ ਵੀ ਤੁਸੀਂ ਗੱਲ ਕਰ ਰਹੇ ਸੀ ਸ਼ੁਰੂ So IELTS see right now we have just started like 3-4 months ago and we have made an excellent ਜਿਹਨੂੰ ਕਹਿੰਦੇ ਆ excellent curriculum and we've got our own books published। so ਮੈਂ ਤੁਹਾਡੇ ਨਾਲ share ਕੀਤੀ ਸੀ। so that's a special material which we've got our books published for and students can take that material also, and if you are just interested in the material then we can provide you with the material because the cost ਜਿਹੜੀ ਸਾਡੀ ਹੈਗੀ IELTS ਦੀ that is only rupees 5000। so 5000 ਰੁਪਏ ਚ ਅਸੀਂ IELTS provide ਕਰ ਰਹੇ ਹਾਂ। so you can definitely visit us and get your IELTS training from Landmark Immigration which is only possible in Mohali office, so other branches are not providing IELTS training। so you can definitely visit us, ਤੁਸੀਂ visit ਕਰ ਸਕਦੇ ਹੋ ਸਾਡੇ ਮੋਹਾਲੀ office and we will provide you with IELTS training and with excellent curriculum material and our fees is only 5000 whereas rest of the IELTS institutes are charging exorbitant money because their motto is to keep you doing IELTS, ਤੁਸੀਂ ਆਇਲਟਸ ਕਰਦੇ ਰਹੋ ਲੰਬੇ ਸਮੇਂ ਲਈ। ਸੋ ਸਾਡਾ ਮੋਟੋ ਹੈ ਕਿ ਤੁਹਾਡਾ ਵੀਜ਼ਾ ਲੱਗੇ ਬਿਕੋਜ਼ ਵੀ ਆਰ ਡੀਲਿੰਗ ਇਨਟੂ ਕੰਸਲਟੈਂਸੀ, ਉਹ ਸਾਡਾ ਮੋਟੋ ਹੈਗਾ ਤੁਹਾਡਾ ਵੀਜ਼ਾ ਲੱਗਣਾ। ਸੋ ਤੁਸੀਂ ਸਾਨੂੰ ਵਿਜ਼ਿਟ ਕਰੋ ਐਂਡ ਵੀ ਵਿਲ ਕ੍ਰੀਏਟ ਆਲ ਯੋਰ ਕਰੀਅਰ ਪਾਥ। ਤੁਸੀਂ ਅੱਜ ਆਇਲਟਸ ਕਰਦੇ ਹੋ, ਕੱਲ ਵੀਜ਼ਾ ਲੈਂਦੇ ਹੋ, ਕੈਨੇਡਾ ਪਹੁੰਚਦੇ ਹੋ, ਵਰਕ ਪਰਮਿਟ ਤੇ ਆਉਂਦੇ ਹੋ, PR ਲੈਂਦੇ ਹੋ, ਦੈਟ ਆਲ ਪਾਥ ਵਿਲ ਡਿਜ਼ਾਈਨਡ ਬਾਏ ਲੈਂਡਮਾਰਕ। ਬਿਲਕੁਲ ਜੀ। ਔਰ ਬਠਿੰਡਾ ਆਫਿਸ ਵੀ ਖੁੱਲ ਰਿਹਾ ਜੀ। ਬਿਲਕੁਲ, ਬਠਿੰਡਾ 'ਚ ਅਸੀਂ ਆਫਿਸ ਲੈ ਕੇ ਆ ਰਹੇ ਹਾਂ। ਬਹੁਤ ਜ਼ਿਆਦਾ ਸਟੂਡੈਂਟਸ ਨੇ ਸਾਨੂੰ ਰਿਕੁਐਸਟ ਕੀਤੀ, ਬਹੁਤ ਸੋਲਿਡ ਰੈਫਰੈਂਸ ਹੈਗਾ ਸਾਡਾ ਬਠਿੰਡਾ ਬੈਲਟ, ਮਾਲਵਾ ਬੈਲਟ 'ਚ ਬਹੁਤ ਸਾਰੇ ਸਟੂਡੈਂਟਸ, ਬਰਨਾਲਾ, ਸੰਗਰੂਰ, ਕੀ ਕਹਿੰਦੇ ਭਿੱਖੀ, ਮਾਨਸਾ, ਮੁਕਤਸਰ, ਅਬੋਹਰ, ਗੰਗਾਨਗਰ ਤੋਂ ਲੈਂਡਮਾਰਕ ਇਮੀਗ੍ਰੇਸ਼ਨ 'ਚ ਅਪਲਾਈ ਕਰਦੇ ਆ। ਸੋ ਸਰਵਿਸਿਜ਼ ਪ੍ਰੋਵਾਈਡ ਨਹੀਂ ਹੋ ਪਾ ਰਹੀਆਂ ਸੀ ਉਸ ਬੈਲਟ 'ਚ, ਤੋਂ ਲੈਂਡਮਾਰਕ ਇਮੀਗ੍ਰੇਸ਼ਨ ਦਾ ਨਵਾਂ ਆਫਿਸ ਆ ਰਿਹਾ। ਸੋ ਬਹੁਤ ਬਹੁਤ ਕੀ ਕਹਿੰਦੇ ਆ ਸਾਰੇ ਸਟੂਡੈਂਟਸ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਫੋਕਸ ਕੀਤਾ, ਔਰ ਸਾਰੇ ਸਟੂਡੈਂਟ ਸਰਵਿਸਿਜ਼ ਬਠਿੰਡਾ ਆਫਿਸ 'ਚ ਲੈ ਪਾਉਣਗੇ 10 ਮਾਰਚ ਤੋਂ ਬਾਅਦ। ਸੋ 10 ਮਾਰਚ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਦਾ ਬਠਿੰਡਾ ਆਫਿਸ ਆ ਰਿਹਾ ਐਂਡ ਯੂ ਵਿਲ ਬੀ ਏਬਲ ਟੂ ਗੈਟ ਸਰਵਿਸਿਜ਼ ਆਫ ਲੈਂਡਮਾਰਕ ਇਮੀਗ੍ਰੇਸ਼ਨ ਇਨ ਬਠਿੰਡਾ। ਐਂਡ ਉਸ ਤੋਂ ਇਲਾਵਾ ਕੀ ਕਹਿੰਦੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸਿਸ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਮੋਗਾ 'ਚ ਹੈਗੇ ਆ। ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ ਫॉर ਅ ਫ੍ਰੀ ਕਾਉਂਸਲਿੰਗ ਐਂਡ our processing fees are very very reasonable। so if you are a good profile then there is no processing fees also, and if we think that we have to work on your case, ਸਾਨੂੰ ਲੱਗਦਾ ਕਿ ਤੁਹਾਡੇ ਕੇਸ ਤੇ ਮਿਹਨਤ ਹੋਣੀ ਹੈ, ਤੁਹਾਨੂੰ ਵੀਜ਼ਾ ਚਾਂਸਸ ਤੁਹਾਡੇ ਵਧਾਉਣੇ ਪੈਣੇ ਆ, then there is a nominal charge of processing fees, but we will follow step wise procedure। ਤੁਹਾਡੀ ਆਫਰ ਲੈਟਰ ਆਏਗੀ, ਤੁਸੀਂ ਕਾਲਜ ਦੀ ਫੀਸ ਭਰੋਗੇ, ਤੁਸੀਂ GIC ਖੋਲਾਂਗੇ ਉਹਦੇ ਪੈਸੇ ਦਿਓਗੇ, ਐਂਡ ਤੁਹਾਡੀ ਮੈਡੀਕਲ ਹੋਏਗਾ, ਫਿਰ ਤੁਹਾਡੀ ਫਾਈਲ ਐਮਬੈਸੀ 'ਚ ਲੱਗੇਗੀ, ਫਿਰ ਤੁਹਾਡਾ ਵੀਜ਼ਾ ਆਏਗਾ, ਫਿਰ ਤੁਹਾਡਾ ਪ੍ਰੀ ਡਿਪਾਰਚਰ ਸੈਸ਼ਨ ਹੋਏਗਾ ਐਂਡ ਫਿਰ ਤੁਸੀਂ ਕੈਨੇਡਾ ਜਾਓਗੇ। ਸੋ ਵੀ ਫੋਲੋ ਅ ਸਟੈਪ ਵਾਈਜ਼ ਪ੍ਰੋਸੀਜਰ। ਵੇਅਰਐਜ਼ ਮੈਂ ਦੇਖਦਾ ਕਿ ਬਹੁਤ ਸਾਰੇ ਸਟੂਡੈਂਟ ਆਕਰਸ਼ਕ ਹੋ ਜਾਂਦੇ ਹੈ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਸੋ ਕੈਨੇਡਾ ਡਜ਼ਨਟ ਹੈਵ ਦੈਟ ਪਾਲਿਸੀ। ਕੈਨੇਡਾ 'ਚ ਪਾਲਿਸੀ ਨਹੀਂ ਹੈਗੀ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਸੋ ਕੈਨੇਡਾ 'ਚ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਪਹਿਲਾਂ, ਕਾਲਜ ਦੀ ਫੀਸ ਵੀਜ਼ਾ ਲੱਗਣ ਤੋਂ ਪਹਿਲਾਂ, ਐਂਡ ਕੀ ਕਹਿੰਦੇ ਆ GIC ਵੀਜ਼ਾ ਲੱਗਣ ਤੋਂ ਪਹਿਲਾਂ। ਸੋ ਯੂ ਸ਼ੁੱਡ ਸੀ ਔਨ ਅ cic.gc.ca ਵੈਬਸਾਈਟ ਐਂਡ ਯੂ ਸ਼ੁੱਡ ਵਰਕ ਟੂਵਰਡਸ ਦੋਜ਼ ਰੂਲਸ ਐਂਡ ਰੈਗੂਲੇਸ਼ਨ ਜੇ ਤੁਸੀਂ ਆਪਣਾ ਵੀਜ਼ਾ ਲੈਣਾ ਚਾਹੁੰਦੇ ਹੋ। ਬਿਲਕੁਲ ਜੀ। ਸੋ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਜਸਮੀਤ ਜੀ ਨੇ ਸ਼ੇਅਰ ਕੀਤੀ ਹੈ। 90413 90412 ਹੈਲਪਲਾਈਨ ਨੰਬਰ ਹੈ, WhatsApp ਕਰੋ, ਆਪਣੇ ਡਾਕੂਮੈਂਟਸ ਭੇਜੋ। ਜਸਮੀਤ ਜੀ ਦੇ ਨਾਲ ਫ੍ਰੀ ਮੀਟਿੰਗ ਹੈ, ਅਪਾਇੰਟਮੈਂਟ ਬਣਾਓ। ਕੋਈ ਕਲੈਰੀਫਿਕੇਸ਼ਨ, ਕਨਫਿਊਜ਼ਨ ਈਮੇਲ ਵੀ ਕਰ ਸਕਦੇ ਹੋ info@landmarkimmigration.com। ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ।